ਤੁਸੀਂ ਸਮਝਦਾਰ, ਸਾਰੇ ਸਮਝਦਾਰ ਹੋ, ਸਾਰੇ ਸਾਰੇ ਮੇਰੇ ਨਾਲ ਵੱਡੇ ਹੋ ਇਲਮ ਔਰ ਰੁਤਬੇ ਦੇ ਲਿਹਾਜ਼ ਨਾਲ। ਯਾਰ ਮੈਨੂੰ ਦੱਸੋ ਕਿ ਜਿਹੜਾ ਕੰਮ ਅਸੀਂ ਫੜਿਆ ਹੈ ਇਹ ਦਰੁਸਤ ਹੈ? ਜੋ ਵੀ ਜਿਹੜਾ ਕੰਮ ਦੱਸੋ, ਕੰਮ ਦੱਸੋ, ਕੰਮ ਹੋਰ ਦੱਸੋ ਨਾ ਕੁਝ ਇੱਕ ਮਿੰਟ ਠਹਿਰ ਜਾਓ ਯਾਰ, ਇੱਕ ਮਿੰਟ ਠਹਿਰ ਜਾਓ। ਗੱਲ ਤੇ ਕਿ ਉਹਨਾਂ ਨੂੰ ਗੱਲ ਕਰਨ ਮੌਕਾ ਦਿਓ, ਸਭ ਨੂੰ ਦਿਓ। ਮੈਨੂੰ ਇਜਾਜ਼ਤ ਦੇ ਦਿਓ, ਇਜਾਜ਼ਤ ਦੇ ਦਿਓ ਪਲੀਜ਼ ਪਲੀਜ਼। ਅਲਤਾਫ ਭਾਈ ਇੱਥੇ ਆ ਗਏ, ਤੁਸੀਂ ਆ ਕੇ ਕਹਿ ਰਹੇ ਹੋ ਤੁਹਾਡੇ ਸਾਹਮਣੇ ਬੈਠਾ ਅਲੀ ਅਕਬਰ ਉੱਥੇ ਕੀ ਕੀ ਕਹਿ ਰਿਹਾ ਸੀ, ਸਾਰਿਆਂ ਦੇ ਨਾਂ ਲੈ ਖੁਦਾ ਦੀ ਕਸਮੇ ਇੱਥੇ ਬੰਦੇ ਗਵਾਹ ਨੇ, ਮੈਂ ਉਹਦੇ ਮੂੰਹ ਤੇ ਉਹਨੂੰ ਕਿਹਾ ਜਿੱਥੇ ਤੂੰ ਗਲਤ ਉੱਥੇ ਤੂੰ ਗਲਤ ਹੈ। ਯਾਰ ਜਿੱਥੇ ਤੂੰ ਗਲਤ ਕੀ ਹੈ ਹੀ ਗਲਤ, ਤੁਸੀਂ ਇੱਥੇ ਆ ਨਹੀਂ ਇਹ ਗੱਲ ਸੁਣ ਲੈਣਾ, ਇਹ ਨਾ ਕੰਮ ਕਰੋ अपना रूहानी फैजान भाई। गल ये नहीं है, गल ये वे गल सिर्फ इतनी जी है, वो भी गलत है, मैं भी गलत हाँ, तुसी भी गलत, सारे गलत हैं। लेकिन क्या ये असूल है कि असी दुनिया सामने ढंडोरा पीटिए? ओ यार असी ते जवाबन भी ना कहिए, कोशिश किधर चल रही है? ਆਪਣਾ ਰਾਣੀ ਫਿਜ਼ਾਨ ਭਾਈ, ਮਸ਼ਰ ਭਾਈ, ਮੈਨੂੰ ਇਹ ਨਹੀਂ ਸਿਰ ਗੱਲ ਦੱਸੋ, ਸਾਡੇ ਚ ਉਹ ਕੀੜਾ ਜਿਹੜਾ ਸਾਨੂੰ ਤੰਗ ਕਰਦਾ, ਅਸੀਂ ਚੁੱਪ ਕਰਕੇ ਨਹੀਂ ਬਹਿ ਸਕਦੇ ਹੈਗੇ। ਸਰ ਮੁਬਸ਼ਰ ਰਜ਼ਾ ਸਾਹਿਬ, ਤੁਹਾਡੇ ਗੱਲ ਸੁਣੋ, ਤੁਸੀਂ ਗੁੱਸੇ ਚ, ਇੱਕ ਮਿੰਟ ਮੁਬਸ਼ਰ ਰਜ਼ਾ ਸਾਹਿਬ, ਤੁਸੀਂ ਇਸ ਟਾਈਮ ਗੁੱਸੇ ਚ ਹੋ, ਠੀਕ ਹੈ? ਆਰਾਮ ਨਾਲ, ਪਿਆਰ ਨਾਲ, ਮੁਹੱਬਤ ਨਾਲ, ਕੋਈ ਵੱਡਾ ਮਸਲਾ ਨਹੀਂ ਹੋ ਗਿਆ। ਅਲਤਾਫ ਸਾਹਿਬ ਮੈਂ ਦੱਸ ਦੇਣਾ, ਸਾਡੇ ਦਿਲ ਦੇ ਵਿੱਚ ਇੱਕ ਤਕਲੀਫ ਹੈ, ਠੀਕ ਹੈ? ਉਹ ਤਕਲੀਫ ਇਹ ਵੇ ਅਲਤਾਫ ਸਾਹਿਬ, ਤੁਸੀਂ ਫੈਸਲਾ ਕਰ ਦਿਓ ਇਸ ਟਾਈਮ, ਠੀਕ ਹੈ? ਤੁਹਾਡੀ ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਤੁਹਾਡੇ ਫੈਸਲੇ ਤੋਂ ਉਸ ਤੋਂ ਬਾਅਦ ਤੁਹਾਡੇ ਨਾਲ ਬੈਠਾ ਜਾਏਗਾ, ਜੇ ਤੁਹਾਡੇ ਨਾਲ ਗੱਲ ਅੱਗੇ ਕੀਤੀ ਜਾਏਗੀ ਕਿ ਨਹੀਂ ਉਸ ਸੁਣ ਲਾਂਗੇ। ਸਰ ਇੱਕ ਬੰਦੇ ਦੇ ਉੱਤੇ ਅੱਲਾਹ ਤਾਲਾ ਵੱਲੋਂ ਲਾਨਤ ਬਰਸੀ ਹੋਏ ਔਰ ਉਹ ਲਾਨਤ ਸਾਬਤ ਹੋ ਗਈ ਹੋਏ ਕਿ ਅੱਲਾਹ ਤਾਲਾ ਵੱਲੋਂ, ਜਮਾਤ ਵੱਲੋਂ ਤੇ ਖਲੀਫਾ ਵਕਤ ਵੱਲੋਂ ਉਹਦੇ ਤੇ ਲਾਨਤ ਬਰਸੀ ਹੋਏ, ਠੀਕ ਹੈ? ਤੇ ਉਹ ਆਪਣੇ ਮੂੰਹੋਂ ਵੀ ਕਬੂਲ ਕਰ ਚੁੱਕਿਆ ਹੋਇਆ ਕਿ ਮੈਂ ਲਾਨਤੀ ਸ਼ਖਸ ਹਾਂ। ਕਿਆ ਐਸੇ ਬੰਦੇ ਨੂੰ ਧੱਕੇ ਦੇ ਨਾਲ ਜ਼ਬਰਦਸਤੀ, ਠੀਕ ਹੈ, ਜ਼ਬਰਦਸਤੀ ਧੱਕੇਸ਼ਾਹੀ ਦੇ ਨਾਲ ਜਮਾਤ ਦੇ ਨਾਲ ਜੋੜਨਾ ਚਾਹੀਦਾ? ਅੱਛਾ ਹੁਣ ਮੈਂ ਤੇਰੀ ਪੂਰੀ ਗੱਲ ਆਰਾਮ ਨਾਲ ਸੁਣੀ, ਮੈਂ ਵਿੱਚ ਬੋਲਿਆ ਨਹੀਂ। ਮੈਂ ਇਸ ਗੱਲ ਦੇ ਹੱਕ 'ਚ ਨਹੀਂ ਹੈਗਾ ਕਿ ਉਹ ਇਮਤਿਆਜ਼ ਹੋਵੇ, ਉਹ ਅਲਤਾਫ ਹੋਵੇ, ਉਹ ਇਮਰਾਨ ਕਾਲੂ ਹੋਵੇ, ਉਹ ਮੇਰਾ ਭਰਾ ਰੂਹਾਨੀ ਮੁਬਸ਼ਰ ਹੋਵੇ, ਮੈਂ ओरिजिनल नाम ही जाना सारे हाँ कोई भी हो यार, कोई किसी की लानत ये अल्लाह जानता कितने लानत वसी कितने नहीं वसी, ठीक है ना? असी सिर्फ, मेरा मकसद सिर्फ इन्ना है मेरे प्यारे भाई कि असी अपने मूँह की बवासी जी असी पेश कर रहे हैं उन्होंने रोक ली सारे जने। ਉਹਦੀ ਵਜ੍ਹਾ ਇਹ ਵੇ ਮੁਹੰਮਦ ਖਾਨ ਸਾਹਿਬ ਜੀ ਕਰੋ। ਮੈਂ ਕੋਈ ਗੱਲ ਨਹੀਂ ਕਰਨਾ, ਮੈਂ ਕਿਸੇ ਮੇਰੇ ਤੁਸੀਂ ਸਾਰੇ ਭਰਾ ਹੋ, ਭਾਵੇਂ ਛੋਟੇ ਹੋ ਭਾਵੇਂ ਵੱਡੇ ਹੋ ਮੇਰੇ ਤੋਂ। ਹਾਂ ਸੁਣ ਲਓ ਸਭ ਦੀ, ਇੱਕ ਮਿੰਟ, ਮੈਂ ਸਭ ਦੀ ਇੱਜ਼ਤ ਕਰਨਾ। ਇਮਰਾਨ ਮੈਨੂੰ ਅੱਜ ਤੋਂ ਨਹੀਂ, ਇਮਰਾਨ ਮੈਨੂੰ WhatsApp ਤੋਂ ਜਾਣਦਾ। ਇਮਰਾਨ ਨੂੰ ਪੁੱਛੋ, ਮੈਂ ਕਦੀ ਅੱਜ ਤੱਕ ਕਿਸੇ ਦੀ ਡਿਸਰਿਸਪੈਕਟ ਨਹੀਂ ਕੀਤੀ ਹੈਗੀ। ਅਗਰ ਮੇਰੇ ਨਾਲ ਕੋਈ ਔਖਾ ਬੋਲਦਾ ਮੈਂ ਉੱਥੋਂ ਖਾਮੋਸ਼ੀ ਨਾਲ ਚਲਾ ਜਾਂਦਾ। ਸਰ ਖਾਲੀ ਇਹਦੇ ਨਾਲ ਇਹ ਦੁਨੀਆ ਦਾ ਅਸੂਲ ਨਹੀਂ ਨਾ ਹੈ। ਸੁਣ ਲਓ ਨਾ ਅਲਤਾਫ ਸਾਹਿਬ, ਇਹ ਦੁਨੀਆ ਦਾ ਅਸੂਲ ਹੈ ਇਮਤਾਜ਼ ਭਾਈ, ਸੁਣ, ਜਿਹੜਾ ਬੰਦੇ ਦੀ ਰਿਸਪੈਕਟ ਨਹੀਂ ਕਰਨੀ ਉਹ ਦੁਨੀਆ ਦੇ ਕਾਮਯਾਬ ਸ਼ਖਸ ਹੈ, ਉਹ ਸਭ ਤੋਂ ਪਰਫੈਕਟ ਸ਼ਖਸ ਹੁੰਦਾ ਜਿਹਨੇ ਮੈਨੂੰ ਇਹ ਦੱਸੋ ਇਮਤਾਜ਼ ਸਾਹਿਬ, ਮੈਨੂੰ ਇਹ ਦੱਸੋ ਇਹ ਦੁਨੀਆ ਦਾ ਕਿਹੜਾ ਅਸੂਲ ਹੈ? ਦੁਨੀਆ ਦਾ ਕਿਹੜਾ ਅਸੂਲ ਹੈ? ਅਗਰ ਮਲਕ ਕੀ ਨਾਂ ਦਾ, ਮਲਕ ਦਾ ਕੀ ਨਾਂ ਦਾ, ਮਲਕ ਅਮਾਨ ਜੋ ਮਰਜ਼ੀ ਕਰਦਾ ਹੋਵੇ, ਤੁਸੀਂ ਉਹਦੀਆਂ ਮਾਵਾਂ ਭੈਣਾਂ ਧੀਆਂ ਟੰਗ ਲਓ ਯਾਰ। ਹਾਂ ਸੁਣੋ, ਮੈਂ ਦੱਸ ਦੇਣਾ ਅਲਤਾਫ ਸਾਹਿਬ, ਇਹ ਗੱਲ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਬਿਆਨ ਕਰ ਚੁੱਕਿਆ ਕਿ ਕੁਛ ਨਾਦਾਨ ਅਹਿਮਦੀਆਂ ਨੇ ਮਲਕ ਦੀਆਂ ਗਾਲਾਂ ਸੁਣ ਕੇ ਯਾਰ ਮੈਂ ਗੱਲ ਉਹੀ ਕਰਨ ਲੱਗਾ ਰਹਾਨੀ ਭਾਈ, उस पासे ना जाओ, मैं उस पासे नहीं जानता। हाँ कॉमन अहमदी साहब को पूछो, जिन्ना टंगियां ने उन्हां चो एक बंदा भी इत्थे बैठा, कैसी गल कर रहे ने यार? हाँ सुन लो, मैं दस लो, मैं सुन लो, पहले मैं वही गल करन लगा रोहानी भाई, मैनू गल करन दिओ, मौका दिओ। अल्ताफ साहब पहली गल ते कोई बंदा साडे नाल बैठा भी कोई नहीं। दूसरी गल, उस बंदे दी मुखालफत दे विच मैनू 1 साल नहीं, घट सो घट तकरीबन मैं हुण याद करा, सॉरी ਇਹ ਘੱਟ ਤੋਂ ਘੱਟ ਵੀ ਮੈਨੂੰ 3 ਸਾਲ ਹੋ ਗਏ ਨੇ ਉਸ ਬੰਦੇ ਦੀ ਮੁਖਾਲਫਤ ਕਰਦੇ ਆ, ਠੀਕ ਹੈ? ਉਸ ਬੰਦੇ ਦੀ ਮੁਖਾਲਫਤ ਕਰਦੇ ਆ ਜਿਹੜੇ ਬੰਦੇ ਨੇ ਤਸਵੀਰਾਂ ਲਵਾਈਆਂ ਸਨ, ਜਿਹਦੇ ਥਰੂ ਲਵਾਈਆਂ ਸਨ। ਉਹ ਬੰਦਾ ਵੀ ਕਹਿ ਲਓ ਕਿ ਉਹਦੇ ਸਪੋਰਟ ਤੇ ਚੱਲ ਰਿਹਾ। ਜਿੱਦਣ ਉਹਨੂੰ ਅਸੀਂ ਪਿਆਰ ਨਾਲ ਬਹਿ ਕੇ ਸਮਝਾਵਾਂਗੇ, ਕਿਤੇ ਉਹਦੇ ਥੱਲੋਂ ਨਿਕਲੇਗਾ ਤੇ ਉਹਨੂੰ ਸਮਝਾਵਾਂਗੇ, ਉਹ ਸਮਝ ਜਾਏਗਾ, ਉਹ ਵੀ ਇਸ ਗੱਲੋਂ ਦੂਰ ਹੋ ਜਾਏਗਾ। ਲੇਕਿਨ ਜਿਹੜੇ ਬੰਦੇ ਦੀ ਉਹ ਜ਼ੇਰੇ ਨਿਗਰਾਨੀ ਹੈ, ਜਿਹੜੇ ਬੰਦੇ ਦੀ ਇਹ ਪੋਟਿਆਂ ਤੇ ਚੜਿਆ ਹੋਇਆ, ਉਸ ਬੰਦੇ ਦੀ ਮੁਖਾਲਫਤ ਅੱਜ ਵੀ ਅਸੀਂ ਕਰ ਰਹੇ, ਜਿਹਦੀ ਵਜ੍ਹਾ ਤੋਂ ਇੱਕ ਸਾਰੇ ਕੰਮ ਹੋ ਰਹੇ ਸਨ, ਠੀਕ ਹੈ? ਬਾਰੀ ਗੱਲ ਉਹ ਨਦਾਨ, ਉਹਦੀ ਨਦਾਨ ਨਹੀਂ, ਉਹ ਜਾਲ ਹੈ ਤੇ ਉਹਦੀ ਇੱਕ ਸਾਈਡ ਤੇ ਰੱਖੋ। ਦੂਸਰੀ ਗੱਲ ਇਹ ਵੇ
ਉਹਦੇ ਮੁਕਾਬਲੇ ਦੇ ਵਿੱਚ ਜਿਹੜਾ ਮਲਕ ਤਲਤ ਨੇ ਕੰਮ ਕੀਤਾ ਹੈ ਕਿ ਖਲੀਫਾ ਵਕਤ ਦੀ ਫੋਟੋਆਂ ਲਵਾ ਬੀਵੀ ਦੀ ਫੋਟੋਆਂ ਲਵਾਈਆਂ ਨੇ, ਉਹਨੂੰ ਕੀ ਕੀਤਾ ਜੇ? ਉਹਨੂੰ ਤਾਂ ਸਾਰਾ ਅੱਜ ਮੁਹੰਮਦ ਅਹਿਮਦ ਸਾਹਿਬ ਤੁਹਾਡੇ ਚਹੀਤੇ ਮੁਹੰਮਦ ਅਹਿਮਦ ਸਾਹਿਬ ਕਹਿ ਰਹੇ ਨੇ ਇਸ ਗੰਦ ਨੂੰ ਅਸਾਂ ਨਾਲ ਲੈ ਕੇ ਚੱਲਣਾ, ਸਾਨੂੰ ਇਹ ਗੰਦ ਕਬੂਲ ਕਰਨਾ ਚਾਹੀਦਾ। ਉਹਦੇ ਬਾਰੇ 'ਚ ਕੀ ਕਰਨਾ ਜੇ? ਉਹਦੇ ਬਾਰੇ 'ਚ ਕੀ ਖਿਆਲ ਜੇ? ਉਹ ਕਹਿ ਰਹੇ ਨੇ ਇਸ ਗੰਦ ਨੂੰ ਨਾਲ ਲੈ ਕੇ ਚੱਲਣਾ ਹੈ, ਇਹ ਗੰਦ ਸਾਡੇ 'ਚ, ਇਹਨੂੰ ਅਹਿਮਦੀਅਤ ਨਾਲ ਧੱਕੇ ਨਾ ਜੋੜੋ। ਉਹ ਆਂਦਾ ਮੈਂ ਅਹਿਮਦੀ ਨਹੀਂ ਹੈ, ਮੈਂ ਅਹਿਮਦੀਅਤ ਤੋਂ ਖਾਰਜ ਹਾਂ। ਇਹ ਆਂਦੇ ਮੈਂ ਅਹਿਮਦੀ ਨਾਲ ਕੋਈ ਕਮੈਂਟ ਨਹੀਂ ਕੀਤਾ ਕਿ ਭਾਈ ਦੂਸਰਾ ਜਿਹੜਾ ਤੁਸੀਂ ਅਸੂਲ ਪੇਸ਼ ਕੀਤਾ ਕਿ ਮੈਂ ਕਿਸੇ ਦਾ ਦਿਲ ਨਹੀਂ ਦਿਖਾਇਆ, ਸਾਰੇ ਦੁਨੀਆ ਦਾ ਅਸੂਲ ਆਖਰੀ ਅਸੂਲ ਹੈ, ਇਸ ਤੋਂ ਬਾਅਦ ਬੰਦਾ ਪਰਫੈਕਟ ਬਣ ਜਾਂਦਾ ਭਾਈ। ਨਹੀਂ, ਸਾਰੇ ਕੰਮ ਕਰਨੇ ਪੈਂਦੇ ਨੇ, ਗਲਤ ਨੂੰ ਗਲਤ ਕਹਿਣਾ ਪੈਂਦਾ, ਨਾ ਹੱਕ ਚੀਜ਼ ਨੂੰ ਨਾ ਹੱਕ ਕਹਿਣਾ ਪੈਂਦਾ ਕਿ ਨਾ ਹੱਕ ਹੋਇਆ, ਜ਼ੁਲਮ ਨੂੰ ਜ਼ੁਲਮ ਕਹਿਣਾ ਪੈਂਦਾ। ਤੁਸੀਂ ਕੁਝ ਵੀ ਨਹੀਂ ਕਹਿ ਰਹੇ, ਇਹ ਮੈਂ ਕਿਸੇ ਦਾ ਦਿਲ ਨਹੀਂ ਦਿਖਾਣਾ ਚਾਹੁੰਦਾ, ਮਤਲਬ ਫੇਰ ਕਿ ਇਹ ਕੋਈ ਦੁਨੀਆ ਦਾ ਅਸੂਲ ਬਣ ਗਿਆ ਤੁਹਾਡਾ। ਇਸ ਅਸੂਲ ਦੇ ਨਾਲ ਤੁਸੀਂ ਕਾਮਨ ਮੈਨ ਜਿਹੜਾ ਹੈ, ਕਾਮਨ ਮੈਨ ਕੀ ਪਰਫੈਕਟ ਮੈਨ ਬਣ ਜਾਏਗਾ? ਨਹੀਂ ਭੈਣ, ਇੰਜ ਨਹੀਂ ਹੁੰਦਾ। ਦੁਨੀਆ ਦੇ ਵੀ ਕੋਈ ਅਸੂਲ ਨੇ, ਉਹਨਾਂ ਨੂੰ ਨਾਲ ਲੈ ਕੇ ਚੱਲਣਾ ਹੈ, ਉਹ ਸਾਰੇ ਤੁਹਾਨੂੰ ਪਲਾਣੇ ਪੈਣੇ ਨੇ। ਦੌੜ ਗਏ ਹੋ ਨਾ, ਬਸ ਇੰਨਾ ਹੀ ਚਾਹੀਦਾ ਸੀ ਤੁਹਾਨੂੰ। ਇੱਥੇ ਬਹਿ ਕੇ ਬਿਆਨ ਕਰੋ, ਦੱਸੋ ਕਿ ਅਲੀ ਅਕਬਰ ਦੇ ਉੱਤੇ ਲਾਨਤ ਬਰਸੀ ਅੱਲਾਹ ਤਾਲਾ ਦੀ। ਉਹ ਲਾਨਤੀ ਸ਼ਖਸ ਜਿਹੜਾ ਉਹ ਜਮਾਤ ਦੇ ਨਾਲ ਧੱਕੇ ਨਾਲ ਜੋੜਿਆ ਜਾ ਰਿਹਾ। ਸਾਡਾ ਜਮਾਤ ਨੇ ਉਹਨਾਂ ਦਾ ਉਹਦੇ ਨਾਲ ਤਲਕ ਕੋ ਨਹੀਂ ਹੈ, ਕੋਈ ਵੀ ਸਾਡੇ ਨਾਲ ਉਹ ਧੱਕੇ ਨਾਲ ਜੋੜਿਆ ਜਾ ਰਿਹਾ। ਔਰ ਕਿਹਾ ਜਾ ਰਿਹਾ ਇੱਕ ਪ੍ਰਾਪੋਗੰਡਾ ਕਰਕੇ, ਮਾਸੂਮੀਅਤ ਵਿਖਾ ਕੇ, ਝੂਠੇ ਪ੍ਰਾਪੋਗੰਡੇ ਕਰਕੇ, ਝੂਠੇ ਬਿਆਨ ਜਾਰੀ ਕਰਕੇ ਅੱਗੋਂ ਬਿਆਨ ਕੇ ਗੱਲ ਕੀਤੀ ਜਾ ਰਹੀ ਹੈ ਕਿ ਇਹ ਬੰਦਾ ਸਾਨੂੰ ਇਹ ਹੋਵੇ ਆਪਣਾ ਗੰਦ ਤੇ ਅਸੀਂ ਇਸ ਗੰਦ ਨੂੰ ਨਾਲ ਲੈ ਕੇ ਚੱਲਣਾ। ਸਾਨੂੰ ਸਿਰਫ ਇੰਨਾ ਕੰਮ ਕਰ ਲੈਣਾ ਚਾਹੀਦਾ, ਸਾਨੂੰ ਤਸਲੀਮ ਕਰ ਲੈਣਾ ਚਾਹੀਦਾ ਕਿ ਅਲੀ ਅਕਬਰ ਗੰਦ। ਸਾਰੇ ਕੀ ਕਰ ਰਹੇ ਹੋ? ਗੰਦ ਉਹਨੂੰ ਬਾਹਰ ਮਾਰੋ, ਸਾਨੂੰ ਕੀ ਲੋੜ ਹੈ ਇਹੋ ਜਿਹੀ ਗੰਦ ਦੀ? ਗੰਦ ਨੂੰ ਬਾਹਰ ਸੁੱਟੋ ਭਰ ਕੇ। ਤੁਸੀਂ ਆਖਦੇ ਨਹੀਂ ਜੀ ਤਸਲੀਮ ਕਰ ਲਓ ਗੰਦ ਤੇ ਗੰਦ ਨੂੰ ਨਾਲ ਲੈ ਕੇ ਚੱਲੋ। ਇਹ ਮੁਹੰਮਦ ਅਹਿਮਦ ਸਾਹਿਬ ਦਾ ਅੱਜ ਦਾ ਤਾਜ਼ਾ ਬਿਆਨ ਹੈ ਭਾਈ। ਨਹੀਂ, ਗੰਦ ਨੂੰ ਬਾਹਰ ਸੁੱਟਿਆ, ਉਹਦੇ ਤੇ ਅੱਲਾਹ ਤਾਲਾ ਦੀ ਲਾਨਤ ਬਰਸਾਈਏ, ਉਹਦੇ ਤੇ ਖਲੀਫਾ ਵਕਤ ਨੇ ਲਾਨਤ ਪਾਈਏ, ਜਮਾਤ ਨੇ ਕੱਢ ਕੇ ਉਹਨੂੰ ਬਾਹਰ ਸੁੱਟਿਆ। ਤੁਸੀਂ ਕਹਿੰਦੇ ਉਹਨੂੰ ਨਾਲ ਲੈ ਕੇ ਚੱਲੋ ਭਾਈ। ਨਹੀਂ ਲੈ ਕੇ ਚੱਲਦੇ, ਤੁਸੀਂ ਲੈ ਕੇ ਚੱਲੋ, ਆਪਣੀ ਅਲੱਗ ਜਮਾਤ ਬਣਾਓ, ਜਾਓ ਲੈ ਕੇ ਚੱਲੋ। ਅੱਜ ਜੀ ਮੁਹੰਮਦ ਅਹਿਮਦ ਸਾਹਿਬ ਇਹ ਉੱਤੇ ਸੂਰਤ ਲੱਗੀ ਹੈ ਤੇ ਥੱਲੇ ਮੁਹੰਮਦ ਅਹਿਮਦ ਸਾਹਿਬ ਨੇ ਤਸਵੀਰ ਲਾਈ, ਉੱਤੇ ਨਾਮ ਆਪਣਾ ਲਿਖਿਆ। ਆ ਵੇਖ ਲਓ ਸਾਰੇ। ਹਾਂਜੀ ਵਾਟਰ ਸਾਹਿਬ, ਸਲਾਮ अलैकुम। वालेकुम अस्सलाम, क्या हाल चाल है सबका? जी बिल्कुल ठीक जी। यार आप लोगों के गुस्से कब ठंडे होंगे? सर गुस्से उस दिन ठंडे होंगे जिस दिन आप इंसाफ करना सीख जाएंगे, अकाबरीन की इज्जत करना सीख जाएंगे, अकाबरीन की अहमियत को समझने लग जाएंगे और दूसरों के अकाबरीन जिनको आप अकाबरीन समझते हैं, आप उनका ठट्टा मजाक करते हैं, करते रहें, ठीक है। अकाबरीन समझते हुए भी पता नहीं उनको अकाबर भी समझते हैं या नहीं, वो भी पता नहीं है, लेकिन जो दूसरों के अकाबर हैं उन पर हंसी ठट्ठा मजाक गलत बातें, ठीक है, बयान करके लोगों के बैठ में ठट्ठा मजाक करना छोड़ देंगे, उस दिन हम हमारे गुस्से ठंडे हो जाएंगे। कब छोड़ रहे हैं फिर ये काम? तो आजकल आपकी लड़ाई किनके साथ चल रही है? हमारी जो लड़ाई है ना वो शैतान के साथ है। हमारी लड़ाई जो है नाहक चीज के साथ है। हमारी लड़ाई झूठ के साथ है। हमारी लड़ाई झूठे प्रापोगंडे के साथ है। हमारी लड़ाई एक झूठी कौम जो झूठा प्रापोगंडा चलाती है उसके साथ है। अब पूछे कौन है झूठा प्रोपेगेंडा कर रहा है, कौन है ऐसी काम कर रहा है? हमारी लड़ाई उन गुस्ताखों के साथ है जो अकाबरीन की इज्जत करना नहीं जानते। पूछे, अब एक एक की पहचान पूछे, मैं आपको एक एक की पहचान बताता हूँ। आज इनका मुनाजरा हुआ है मुफ्ती मुबशर से अमन अजीज साहब के साथ, दोनों के साथ काफी आज भी रहे सर वो आस्ता आस्ता राणा साहब जब वो पहचान पूछेंगे ना, जो मैंने अपनी लड़ाई जिन पार्टियों से बताई है उनकी पहचान पूछेंगे, मैं आस्ता आस्ता बयान करूंगा, आप सुनिएगा। इनका भी नाम उन्हीं में आता है, इनका भी नाम उन्हीं में आता है। इन्होंने ही, जो मैं आज मोहम्मद अहमद साहब की बात बयान कर रहा था कि वो मिर्जा बशीर अहमद अहमद साहब की बातों पे ठट्ठा मजाक कर रहे थे, वो स्टार्टिंग इन्होंने की थी। ये है उस बात के मेन हेड, इन्होंने स्टार्ट की थी। भाई आप उनको काबर नहीं समझते, आप उनसे कुछ नहीं सीखते, और भाई जो लोग सीखते हैं उनका ही कर लो कि हमें कितना दुख हो रहा होगा। यही काम तो गैरहमदी करते हैं, आपके सामने बैठ के मुंह पे बैठ के गालियां दे रहे होते हैं, आपको वो कोई महसूस नहीं होता, लेकिन भाई हमें होता है महसूस, हमें दुख होता है, हमें तकलीफ होती है। हमारे हक काबर को कोई बुरा भला कहता हो, उस पर हंसा छट्टी मजाक करता हो, आप बैठ के करते हैं। इसी के साथ हमारी जंग है, यही हमारी जंग है, यही हमारा गुस्सा है, इसी का हम मातम कर रहे हैं।
اور کیا کریں پھر بتائیں جی واٹر صاحب. آپ ایک روح افزا میں 4 برف کی ڈلیاں ڈال کر ٹھنڈا پانی ڈال کر پیئیں، ٹھیک ہے جی. کیونکہ آپ کا غصہ جو ٹھنڈا ہونا بڑا ضروری ہے، اس عمر میں نس بھی پھٹ جاتی ہوتی ہے. ٹھیک ہے جی. ٹھیک ہے. اور اس عمر میں جب آپ اس طرح کے عمر میں چلے جائیں نا جس میں آپ ہیں، ٹھیک ہے، اگر اکابرین کی عزت نہ کریں، ٹھیک ہے، اور اکابرین پہ ہنسا ٹھٹا مذاق کریں، ٹھیک ہے، اور اللہ تعالیٰ کا پھر عذاب بھی نازل ہو جاتا ہے. اس کا بھی آپ نے خیال رکھنا ہے کہ آئندہ سے کسی بھی احمدی مسلمان کے اکابر کی توہین نہیں کرنی، اس پہ ہنسی ٹھٹا مذاق نہیں کرنا، ان کے بارے میں غلط کمنٹس نہیں کسنے. اس کا بہت بڑا عذاب بھی آپ پہ نازل ہو سکتا ہے اس عمر میں. اور اس کے جی ہلو. یہ دیکھو، ایک جانور کی تصویر لگا کے نام انہوں نے اپنا ساتھ لکھا ہے، اور اوپر سورہ لقمان کا عربی کے ساتھ انہوں نے ترجمہ لگایا ہے. تصویر تھوڑی بڑی ہے تو وہ میں کاٹ نہیں سکا، نہیں تو وہ بھی آپ کو شو کر سکتا ہوں میں تھوڑی دیر میں، لیکن وہ لائیو گر جائے گی. تو یہ کیا قرآن کی شاطمیت نہیں ہے کہ آپ اس طرح کی حرکات کریں؟ مطلب یہ کون سا پیغام دینے کی آپ کوشش کر رہے ہیں لوگوں کو؟ یہ کیا میسج کیا دے رہے تھے تصویر لگا دوسری کے؟ لگاؤ نا، دوسری لگاؤ. یہ تو گدے والی ہے، کتے والی ہے، جو سارا دن 11-12 گھنٹے وہاں پر بیٹھے رہتے ہیں زبان نکال کے باہر. وہ بھی لگائیے، نام اس کے اوپر بھی اپنا لکھا ہوا ہے، جس طرح یہ سائڈ پہ لکھا ہوا سب لوگ دیکھیں. یہ بازو کے نیچے نام لکھا ہوا حسن محمد احمد. کہ اپنے آپ کو نام ساتھ اپنا نام بھی لکھ دیا ہے کہ یہ محمد احمد ہے، اور اوپر سورہ لقمان ہے 37-19. تو یار یہ کتنی غلط بات ہے. محمد احمد یار آپ پڑھے لکھے انسان ہو، پہلے آپ گالیاں نکلواتے ہو لوگوں کو بٹھا کے، پھر اوپر سے پھر معصوم بن جاتے ہو، پھر گندے گندے الزامات لگاتے ہو لوگوں پہ. ٹھیک ہے یار، ہم گئے تھے حسینی کی لائف پہ، حسینی نے بلایا تھا تو گئے تھے، خود سے نہیں گئے تھے. اس نے کہا تھا میری لائف پہ آؤ، ٹھیک ہے، وہ اختلاف تھا، وہ اس نے ریکویسٹ بھیجی، 2-3 دفعہ میں چلا گیا. لیکن یہ کوئی طریقہ ہے کہ آپ ادھر بٹھا کے ایک بندے کو کہو کہ یہ وہ بندہ گالیاں نکالے اور گندے گندے الفاظ استعمال کرے؟ پھر آپ کو سمجھایا ہے کہ ایسی باتیں نہ کرو، اچھا نہیں لگتا. چلو ایک بھائی نے غصے میں آ کے آپ کو کوئی گالی دے دی، اس بھائی کو بھی نیچے اتار دیا رانا زاہد کی براٹ سے، اور آج آپ سارا دن یہ قرآن کی یاد کی اس طرح بے حرمتی کرتے رہے ہو یار. مطلب اس طرح کوئی گدھا یا کوئی کتا اس طرح کر کے قرآن کی یاد کی طرف اشارہ کر رہا ہے کوئی کتا، آپ یہ کہنا چاہ رہے ہو یار؟ کیسے احمدی ہو، کیوں جماعت کو بدنام کر رہے ہو یار آپ یار؟ اگر آپ عزت نہیں کرتے، ہم سارے احمدی عزت کرتے ہیں یار. آپ پتہ نہیں کس طرح کے احمدی ہو جو قرآن کی عزت نہیں کرتے. نہیں، سو یہ شیف. اس کے اوپر نا پوری بات بتائیں کہ اوپر پوری قرآن کی آیت لکھی ہے، میں وہ اس ابھی کے بتاتا نیچے ہوں دوسری ہاں تصویر پورا ابھی. لگائے نا، اوپر پوری قرآن کی آیت ہے، اس کے نیچے وہ پورا نہ ترجمہ دکھائیں ہے، یار پلیز. اور اس کے نیچے ایک میں کتا بھی بنایا ہوا ہے اور ایک میں گدھا بنایا ہوا ہے نیچے. اب واٹر بھائی آپ بھی ماشاءاللہ بڑے براڈ مائنڈڈ احمدی ہیں، اور محمد احمد صاحب بھی بڑے براڈ مائنڈڈ لبرل احمدی ہیں، سونی صاحب، علی احمد صاحب، حسینی صاحب بڑے براڈ مائنڈڈ لبرل احمدیز ہیں. یہ کل کو ایسا ایک قرآن کا ترجمہ نکلے گا، ایک پہلے قرآن ہوگا، اس میں پھر نیچے ترجمہ ہوگا، اور نیچے پھر یہ تصویریں ہوں گی، تاکہ قرآن کی پراپر سمجھ آئے لوگوں کو جس طرح یہ سمجھا رہے ہیں. واٹر بھائی کتنا خوبصورت آئیڈیا ہے یہ، کبھی کسی کو نہیں آیا، کسی بھی آج سے 1400 سال پہلے یا 1450-15 سال پہلے کسی کو نہیں آیا کہ قرآن کا پہلے آیت لکھی جائے، پھر اس کا ترجمہ لکھا جائے، نیچے اسی قرآن کی آیت سے جو ہے اس کی تصویر نیچے اس جانور کی بنائی جائے، اور تفسیر کے طور پہ وہ تصویریں پیش کی جائیں. ماشاءاللہ کیسی خوبصورت تفسیر آپ جون سی ہے یہ مارکیٹ میں آ رہی ہے، انشاءاللہ جلد آئے گی. واٹر بھائی انتظار کریں. یہ یہ بڑے لکھا ہوا لبرل، کیا ہے؟ ہاتھ اٹھا لیے ہیں اور اب آنے کا مشورہ دے رہے ہیں، یہ کیا لکھا ہوا ہے؟ ابھی آپ کو اوپر نا وہ قرآن کی آیت بھی پڑھاتے ہیں نا، اوپر قرآن کی آیت لکھی ہوئی ہے جس میں وہ کتے کا ذکر ہے. یہ گدھے والی ہے، ایک کتے والی بھی ہے یار، غلام ابن غلام صاحب وہ کتے والی بھی نکالی نہیں، ہوئی ہے. وہ یہ سیفی کے پاس ہے پوری تصویر، اس لیے نہیں لگائی بھائی جان کہ اس کے اوپر آیات ایک قرآنی لکھا اور ہوئی یار ہے، اس ہم لیے نے تو پہلے نہیں لگائی نا، وہ لگا کے بتا دیں کہ جو نیا قرآن مارکیٹ تو میں سیفی لا صاحب کے رہے پاس ہیں ہے. سیفی صاحب تفسیر آپ یہ رسک لینا چاہتے ہیں ہیں. تو وہ والی سیفی صاحب کے پاس ہے، دکھاتے ہیں. میں سینڈ کر دیتا ہوں وہ تفسیر پوری قرآن کریم کی آنی چاہیے نا، جو نئی تفسیر آ رہی ہے مارکیٹ میں محمد احمد صاحب لا رہے ہیں. ایک منٹ، وہ اس میں اوپر کتے کا ذکر ہے، ترجمے میں کتے کا ذکر ہے، اور نیچے کتے کی تصویر لگائی ہے بنا کے، بڑی خوبصورت ماشاءاللہ تفسیر آ رہی ہے. دیکھیں اب ہم تو نہیں، یہ ہم تو سوچ بھی نہیں سکتے، خان ہمارے صاحب نزدیک تو یہ شاطمیت ہے، لیکن یہ ہمارے سرکاری مسلمان بھی اس پہ نہیں بولیں گے، حسینی صاحب بھی نہیں بولیں گے، علی احمد صاحب بھی نہیں بولیں گے،
علی اکبر صاحب نے تو خود لگائی ہوئی تھی، تو یہ بھی نہیں بولیں گے یہ شاطمیت نہیں ہے، یہ ایک نیا اٹس اے نیو وے آف انٹروڈیوسنگ قرآن تفسیر. ماشاءاللہ ماشاءاللہ. اور یہ ماشاءاللہ احمدی ہیں یہ جو یہ کر رہے ہیں. یہ آگے سے یہ جو آپ نے لکھا ہوا نا اس کو موو کریں شافی بھائی، پوچھے کریں، یہ تصویر لگا کے ساتھ اپنا نام بھی لکھتا ہے. یہ دیکھیں محمد احمد نام لکھا ہوا، جی تو نام یہ بھی اس طرح کے رکھے ہوتے ہیں. کیسا یار، میں تو حیران ہوں اس کے اوپر کہ نام کچھ اور، اب ایسے لکھو اس کے اوپر جو تمہارا نام ہے. ہاں یہ آ گئی یہ واٹر بھائی. یہ اب نیچے اوپر قرآن کی آیت ہے عربی میں، اس کے نیچے اردو میں ترجمہ ہے، اور نیچے تفسیر ڈایاگرام کی شکل میں تفسیر ہے اس کی جو وہ انہوں نے کی ہے. اس کی مثال کتے کی سی ہے کہ اگر تم اس پر حملہ کرو تو بھی زبان نکالے رکھتا ہے، اور اگر اسے اور اگر اسے چھوڑ دو تو پھر بھی بھی زبان زبان نکالے رکھتا ہے. اور پھر انہوں نے کتے کو کپڑے پہنا 11-12 کے، گھنٹے لگاتی ہے نا براڈ. ایک منٹ غلام صاحب انہوں نے اجازت دے دو گل کرن دی. اپنا ساتھ نام بھی لکھا ہوا. ڈاکٹر بھائی یہ اوپر عربی لکھی ہوئی ہے، میں پوری تفسیر پتہ نہیں کیوں نہیں لگ رہی، لیکن اوپر عربی بھی لکھی ہوئی ہے. اور یہ تفسیر قرآنی جون سی ہے، یہ نئی آئی ہے مارکیٹ میں اس کی شکل میں، مطلب ساتھ تصویری شکل میں. ہاں اس کو یہ صحیح کہہ رہے ہیں یار، کراس لا کے بس لا دو، واقعی کراس لا کے لاؤ. پروفیسر صاحب نے صحیح گل کی ہے، جی کراس لگ کے لگتا ہے نا، نہیں تو آپ کا نام لگ جانا ہے. آپ کی ماشاءاللہ ویسے ہی مارکیٹ میں بڑی عزت ہے، بڑی عزت ہو چکی ہے آلریڈی. صحیح کہہ رہے یہ سارے کام گناہ بھی آپ پر ہی ڈال جا رہے ہیں. اور آپ باقی بندے واٹر بن بھائی اس دن کے الفاظ پہ نا میں آپ سے معذرت چاہتا ہوں، اور چھٹ دے یار، معذرت کس بات کی؟ ٹروتھ سیکر بھائی سے بھی اور پاکستان بھائی سے، تینوں کا میں نام لے کے کہہ رہا ہوں، میں آپ لوگوں سے معذرت چاہتا ہوں. لیکن واقعی وہ ہمیں بیوقوف بنا رہے ہیں. حسینی صاحب اس بات پہ میں بالکل قائم ہوں، اور وہ بیوقوف بنا رہے ہیں اور کنٹینیوسلی بنا رہے ہیں ہم ساروں کو. اللہ تعالیٰ ہم جیسے بندوں کو کون آپ نے بیوقوف بہت نہیں بڑا بناتا. دل کیا ہے، معافی مانگی ہے روحانی خدان صاحب، اللہ تعالیٰ آپ کو جزا دے. بہت اعلیٰ، بہت معیار یہ تو پیاری بھائی ہیں نا بات کیا. میرے، یہ تو سارے ہاں بھائی ہیں، میرے سے زبردست. غلطی ہوئی ہے، میں اپنے بھائیوں سے تو غلطی کی معافی ہاں مانگ رہا نہیں ہوں. گجنی صاحب، اگر انہوں نے معافی مانگنی تھی تو اس دن مانگتے. اب کیا، اب تو معافی اتنی پرانی ہو وہ گئی ہے. نہیں، واٹر بھائی یہ نہیں بات. مسئلہ یہ ہے جب بھی بندہ اپنی غلطی کو محسوس کرتا ہے نا، تو ہو سکتا ہے اس دن کی مانگنا چاہتے ہو، موقع آج ملا، تو اس وجہ سے آپ اس کو کھلے دل سے ایکسپٹ کریں پلیز، مہربانی. آپ میں اگر کھلے دل سے ایکسیپٹ کر لوں تو یہ کل میرے ساتھ پھر وہ کچھ ایسا کریں گے جو نہیں پہلے سے بھی برا ہوگا. نہیں، میری جرت نہیں ہے، جرت نہیں ہے واٹر بھائی. انشاءاللہ کبھی آپ کو نہیں موقع دوں گا، میرے سے غلطی ہوئی ہے، میں معافی مانگ. 3 دن کے اندر اندر انہوں نے ختم کر دیا بات، تو آپ ہی ختم کرے واٹر بھائی، چھوڑ دیں میں نے تو یار پہلے ہی کچھ نہیں کہا ان کو. میں نے تو ان کو کہا تھا کہ آپ نے جو میرے ساتھ سلوک کیا ہے اور جو میری جنس بنا دی ہے، اب آپ کو ہی میرے سے شادی کرنی پڑے گی. یار بات چھوڑ دیں، وہ بات نہ کرے نا. ایک تکلیف دہ بات ہے، جذباتی ہو کے اس کے منہ سے نکل گئی ہے بات، اب چھوڑ دیں. اس کا بلڈ پریشر کا ایشو ہے، میں نے تو اس کو بھیجا ہے، ابھی مجھے لگتا ہے ڈاکٹر کے پاس ہو کے آیا ہے، ٹیسٹ وغیرہ دے آیا ہے، مجھے لگتا ہے اس کو بلڈ پریشر کی گولی لگ جائے گی، اب ہو جائے گا ٹھیک انشاءاللہ، ایک آدھے ویک ہاں میں ٹھیک جی، ہو جائے گا. ان کو جلسے سے پہلے گولی لگوا دیں، نہیں تو یہ جلسے میں کوئی مہمان نہ فارغ کر دے. کون سی 3؟ 100% تسی لگوں تو گی، کہہ رہے ہونے 100% یہ لگوں 3 گی. ناٹ 3 دی کہہ رہے جے گولی، یہ بلڈ ہاں پریشر جی، دی نہیں کہہ رہے. ہاں جی میں کہہ رہا ہوں کہ ان کو جلسے سے پہلے ان کو گولی کوئی دلوا دیں، نہیں تو کہیں جلسے پہ کوئی نے خود مہمان نہ یقین کریں تو مصیبت کال یہ کیا پتہ واٹر لگے. بھائی، میں نے کال کی، رانا صاحب نے کی، وہاں پر شمپک اپنا وہ راجپوت بھائی تھے وہ بیٹھے تھے، میں ان کی برات نہیں سنا تھا. جب مجھے پتا چلا کہ اس طرح کا کوئی واقعہ ہوا، میں نے خود کال کیا، انہوں نے بولا میں 10 منٹ میں آتا ہوں. میں نے کہا 10 منٹ تو بہت سارے ہوتے ہیں، لیکن پھر بھی یہ چلے شکر ہے 10 منٹ کے بعد آ گئے. تو مطلب یہ کہ ہم نے کوشش کی ہے، لیکن بھائی صاحب کا پارا بہت اوپر تھا. اب ایسا آیا نیچے، بعد میں ڈسکس بھی کیا. چلو اس اللہ نے بات کو مدد کیا چھوڑیں تو اس واٹر بات بھائی، سے اس آگے پہ غلطی ہوئی. تجزیہ کریں. یہ جو قرآن کی تفسیری جو تصویری شکل میں تفسیر آ رہی ہے، اس پہ کوئی آپ روشنی ڈالیں. ماشاءاللہ ہمارے بڑے سمجھدار آدمی ہیں وہ، اور احمدی ہیں، اور بڑے کمال کے احمدی ہیں، اور بڑی مطلب گہری رشتہ داریاں ان کی احمدیوں میں. اگر میں ادھر بتا نہیں سکتا محمد احمد صاحب کی، وہ آپ کو میں بتاؤں تو آپ لوگوں کے شاید اوسان خطا ہو جائیں کہ کیسے کیسے مطلب اعلیٰ رشتہ داریاں ان کی احمدیوں میں، اور بہت اعلیٰ کر کے یہ ایک نئی قسم کا قرآن کی تفسیر آ رہی ہے تصویری شکل میں. نعوذ باللہ جو یہ ایک ادھر دفعہ ہم بتا رہے ہیں. فضان بھائی آپ وہ بھی ایکسپلین کرتے، واٹر بھائی سے بیٹھتے ہیں تو ان کو بتا دیں کہ وہ جو آپ کا ایک
तो आपने उसके ऊपर लानत किया झूठ बोलने वाले पे, तो आप वो भी जरा इनको बता दें ताकि ये मैसेज फिर वहां पर पहुंचा दें। हाँ बिल्कुल, नहीं वाटर भाई को तो पता ही है, वैसे तो हमारी रिकॉर्डिंग हो रही है सारी, वो इंशाल्लाह ताला आपको वो किसी भी गैर अहमदी की नजर आ जाएगी यूट्यूब चैनल पे। लेकिन वाटर भाई ये वो आप गए थे, वाटर भाई भी थे उधर आज? आज तो पता नहीं, मुझे नहीं पता आज का डेट, मैंने नहीं देखा, लेकिन मोहम्मद अहमद मैसेज साहब जाती है की ना, ब्रॉड पे मैं ना झूठो झूठ चुताली चल रहा था आज, झूठ पे झूठ बोली जा रहे थे, और मौलाना गुलाम सुल राजी की साहब से के साथ मेरी रिश्तेदारी बना के लगा रहे थे, जो बिल्कुल भी बिल्कुल भी उसमें कोई हकीकत नहीं है। और मैंने लानतुल्लाह अलल काज़िबीन की है, लानतुल्लाह अलल काज़िबीन, जो कह रहे थे कि ये उनका पोता है या पड़पोता है या नवासा है या पड़नवासा, मुझे नहीं पता किसने मुझे ये मिली है खबर, क्योंकि मैं ब्रॉड नहीं सुन सका। ये तो बड़ी मशहूर खबर है, ये तो मुझे हाँ। किसी और ब्रॉड से मिली कि आप उनके पड़पोते हैं। हाँ, या कोई पड़नवासा कह रहा है, कोई पड़पोता कह रहा है, तो मैं लानत डालता हूँ जो बंदा ये झूठ बोल रहा है उस पे। लानत अल्लाह अलल काज़िबीन, मुझे इतने प्यारे वजूद के साथ जोड़ा जा रहा है, मेरी औकात क्या, मैं तो नहीं समझ वैसे नहीं आप आती उनके हूँ। लगते क्या है? कुछ भी नहीं लगता मन को, कुछ भी नहीं अहमदी लगता। भाई, सिर्फ अहमदी जिस भाई तरह लगते। जो रिश्ता आपके साथ है वही उनके साथ है, दिल का रिश्ता तो नहीं? बिल्कुल। अच्छा अच्छा अच्छा। तो यार वो तो मेरे लिए तो काबिले फख्र है, लेकिन उस मेरा उनके साथ ताल्लुक जोड़ा चाहे अल्लाह के बंदो। कोई मैं मसला नहीं, आप कोई नापाक चीज तो नहीं है। और नहीं, लेकिन जो भी है ना हमारी हमारा वो ताल्लुक जो है वो हज़रत औकात मसीह नहीं मौऊद है। अलैहिस्सलाम से है, तो उनसे क्यों नहीं। ऊपर अटैक बहरहाल वाटर भाई क्या हाल है आपका? ठीक ठाक है? बस जी अल्लाह का शुक्र है। रूहानी फिजा ने कि इस्तिखारा करके तो बताएं यार, ये क्या कहते हैं अपने ये है ना, चेला ले चौधरी रहे हैं। नसरुल्लाह की लड़ाई कब खत्म होएगी? हो ये जाएंगे जिस वो। दिन अमेरिका ईरान की खत्म होगी उस दिन। भाई आप तो पड़पोते हैं उनके राजे की साहब के, आप तो इस्तिखारा कर सकते हैं, अल्लाह आपको तो करे मैं खून में होता, मिला हुआ है। अल्लाह करे मैं होता, लेकिन कोई ऐसी बात नहीं है, अच्छा कोई अच्छा, ऐसी नहीं बात नहीं। आप अच्छे हो जाएं और कहें मैं वही हूँ। बिल्कुल नहीं, नहीं मैं अच्छा ही हूँ वाटर भाई, मैंने तो आपसे माजरत। नहीं वो बुरे थोड़ी। यार एक तो आपका मुझे समझ नहीं आता कि आप मतलब कि ज्यादती भी ऐसी करते हैं अगले बंदे के साथ, और यानी कि उसको प्रेग्नेंट करके ही छोड़ते हैं, और उसके बाद कहते हैं कि मुझे माफ कर दो। अब मैं माफ करके आपको जाऊं किधर? यार ना करोगे साफ दिल माफी की तो बात है ना वाटर फिर भाई, एक और आया साफ जो दिल की तेरा। बात है वाटर भाई, साफ दिल की बात होती है, आप अपना बड़ापन दिखाएं और माफ कर दें, खत्म करें यार प्लीज। क्यों हुआ था? मुझे तो बल्कि मजा आ रहा था। ये बाज ही नहीं का आ रहे भूला थे, आप शान इन्हें को इतना कर रोक रहे थे। उसको भूलना नहीं कहते हैं, इनको बोला है, समझाया है, वो समझ भी है, उनको खुद भी महसूस हुआ है, मौलवी साहब ने भी इनको कहा सही है। तो जो अगर कोई बंदा ट्रैक पे आ रहा है तो उसको ट्रैक पे आने दिया करें यार, कोई मसला नहीं, बात को छोड़ने पिछली प्लीज। सही, ठीक है। चले छोड़ देते हैं, कोई बात नहीं है, मैंने तो पहले ही छोड़ा हुआ है, ये खुद ही अभी बस ये जज्बाती बहुत ज्यादा है यार, इनको जज्बात को काबू में इनको रखना होगा। बात काबू पे रहेंगे या आपका भाई टिकटॉक पे रहेगा, ये दो ही काम में से एक होना है वाटर भाई। ये मुझे लगता है कि दोनों काम पहले की तरह ही चलेंगे, नहीं क्योंकि नहीं इंसान नहीं, जैसा पैदा हो जाता है ना वैसा ही फौत होता है। माफ कीता जाओ कहता और जी। नहीं हो पाई। कर दिया वो कर दिया भाई, कर दिया, कह दिया भाई। और वाटर भाई माफ कर दो या दसा तो मैं भाई। अच्छा अच्छा, मैं अभी फोन कॉल ले लूं एक फेरा मैं कहना कि ਇਹਨਾਂ ਕੋਈ ਅੱਛੀ ਜਗ੍ਹਾ ਜਿੱਥੇ ਇਹਨਾਂ ਨੇ ਆਪਣੇ ਸਮਝਦੇ ਨੇ ਕਿ ਇੱਥੇ ਬੜਾ ਮਾਹੌਲ ਮੇਰਾ ਵਧੀਆ ਹੈ, ਉੱਥੇ ਫੇਰਾ ਹੋ ਇਹਨਾਂ ਦਾ ਪ੍ਰਧਾਨ ਸਾਹਿਬ, ਫਿਰ ਹੋ ਸਕਦਾ ਅਗਲੀ ਦਫਾ एलो एक सही हो और जाएगा। तफसीर आई जे तस्वीरी शक्ल च, ए भी मोहम्मद अहमद साहब ला रहे ने, और देखो तो माशाल्लाह ला दियो यार, खुदा दा वास्ता तो ला दियो यार, ये बहुत मतलब यार ए करो। कुरान दी तफसीर आ रही है, कालू साहब कुरान की तफसीर आ रही है तस्वीरी शक्ल में, आप इस पे रोशनी डालें कोई थोड़ी सी। माशाल्लाह बड़े इल्मी शख्सियत है वो। माशाल्लाह अच्छी तफसीर कर लेते हैं वो, मुफस्सिर हैं, कुरान को बड़ा अच्छा समझते हैं। तो बस ऐसे लोगों से आप ना हर कोशिश तफसीर करें। हर तफसीर के साथ अपना नाम भी लिखा हुआ है उन्होंने, हर बाजू के नाम साथ क्यों ਉਹਦੀ ਉਹਦੀ ਬਰਾੜ ਤੇ ਉਹਦਾ ਨਾਂ ਤੇ ਉੱਤੇ ਹੀ ਰਹਿਣਾ ਨਾ ਵਿਚਾਰੇ ਦਾ। ਉਹ ਕਿੱਥੇ लिखा यार, ਉਹਨੇ ਆਪਣੀ ਤਸਵੀਰ ਲਾ ਕੇ ਨਾਂ ਲਿਖਿਆ, ਮੇਰੇ ਕੋਲ ਇਹੀ ਨਜ਼ਰ ਆਉਂਦਾ ਮੈਨੂੰ। ਇਹ ਸਵਾਲ ਸਹੀ ਲਾਇਆ ਸੈਫੀ ਨੇ, ਹੁਣ ਸਵਾਲ ਬਣਦਾ ਜੇ, ਹੁਣ ਪੁੱਛੋ ਸਵਾਲ, ਇਹ ਛਾਤਮ जी ਕਰਦਾ मौला ਹੈ। जट भाई क्या कह रहे हैं?
सलाम अलैकुम। मैं एक ने बेवकूफ़ी की तो आप ना करें, ना दिखाएं, गैरों की क्या सोचेंगे आप जी उन्हें ये तस्वीर तस्वीर खत्म कर दे, कर सवाल लेंगे। रहने दे, तस्वीर खत्म कर दे भाई, तस्वीर खत्म कर दे, सवाल जी रहने दे। प्यार अब जट मोहब्बत से साहब रहें, करो ना गुस्सा लड़े। यार। अगर यार आप ही जट करोड़ साहब लाएंगे को वो बाहर ही कहेंगे तो बाहर ये निकल के लड़ाई फिर बढ़ती आऊं, जट जाएगी साहब ने फिर। कॉल पाई है, बाहर निकल के जट साहब कौम बाहर निकल के फिर आओ। किरादतुन खासी। ਸੈਫੀ ਤੈਨੂੰ ਰਿਮੂਵ ਕਰਨੀ ਨਹੀਂ ਆਉਂਦੀ, ਥੋੜੀ ਜਿਹੀ ਹਿੰਮਤ ਕਰ, ਜਲਦੀ ਰਿਮੂਵ ਕਰ ਯਾਰ ਇਹਨੂੰ। ਨਹੀਂ ਛੱਡ ਦੋ ਉਹਨਾਂ ਨੂੰ, ਮੁਹੰਮਦ ਅਹਿਮਦ ਸਾਹਿਬ ਨੂੰ ਉਹਨਾਂ ਦੇ ਹਾਲ ਤੇ ਛੱਡ ਦੋ। ਮੱਕੀਓਂ ਅੱਗੇ ਜਾੜ ਹੁੰਦੀ ਏ, ਜਿਨ੍ਹਾਂ ਦੀ ਤਰਬੀਅਤ ਜਮਾਤ ਨਹੀਂ ਨਾ ਕਰ ਸਕਦੀ, ਤੁਸੀਂ ਨਹੀਂ ਉਹਨਾਂ ਦੀ ਕਰ ਸਕਦੇ। ਜਿੰਨਾ ਤੁਸੀਂ ਜ਼ਿਕਰ ਕਰੋਗੇ ਉਨੀ ਲੜਾਈ ਵਧੇਗੀ ਤੇ ਉਨੀ ਸਾਡੀਆਂ ਜਮਾਤ 'ਚ ਨਹੀਂ ਬੁਰਾਈਆਂ ਪੈਦਾ ਮਕਸਦ ਹੁੰਦੀਆਂ ਲੜਾਈ ਦਾ ਜਾਣਗੀਆਂ। ਨਹੀਂ ਆ, ਸਾਨੂੰ ਲੜਾਈ ਤੋਂ ਕੋਈ ਡਰ ਨਹੀਂ ਹਾਂਜੀ। ਆਉਂਦਾ ਨਾ ਸਾਨੂੰ ਕੋਈ ਲੜਾਈ ਕਰਨ ਲੱਗੇ ਮੌਲਾ ਜੱਟ ਮੈਂ ਦਾ ਹੀ ਜਿਸ ਸ਼ਰਮ ਆ। ਫਲੋਰ ਤੇ ਵੀ ਜਾਣਾ ਉੱਥੇ ਇੱਕ ਦੂਜੇ ਨੂੰ ਗਾਲਾਂ ਜੁੜੇ ਆ, ਮੈਨੂੰ ਤਾਂ ਸਮਝ ਨਹੀਂ ਲੱਗਦੀ। ਇਹ ਸਿੱਖਣ ਵਾਸਤੇ ਕੋਈ ਨੈਟ ਪਵਾਈਦਾ ਤੇ ਉਤੋਂ ਜਟ ਗਾਲਾਂ ਸਾਹਿਬ ਸੁਣਦੇ ਇੱਥੇ ਨੇ ਇੱਕ ਤੁਸੀਂ ਕੋਈ ਦੂਜੇ ਗੱਲ ਦੀ। ਸੁਣੀ ਹੈ ਸਾਡੇ ਕੋਲੋਂ, ਕਿਸੇ ਨੇ ਗੱਲ ਕੱਢੀ ਅੱਛਾ ਕਿੰਨੀ ਦੇਰ ਇਹ ਤੋਂ ਗੱਲਾਂ ਤਾਂ ਬੈਠੇ? ਸਾਰੀਆਂ ਅੱਛੀਆਂ ਕਰਨ ਦੇ, ਤੁਸੀਂ ਬਾਕੀ ਕੋਈ ਸ਼ੱਕ ਹਾਂਜੀ, ਨਹੀਂ। ਅਸੀਂ ਨਹੀਂ ਤੇ ਕਰਦੇ ਸਰ, ਬੁਰਾਈ ਦਾ ਅਸੀਂ ਜਿੰਨਾ ਸਾਨੂੰ ਜ਼ਿਕਰ ਗਾਲਾਂ ਕਰੋਗੇ ਨਾ ਪੈਂਦੀਆਂ ਨੇ। ਤੇ ਉਹ ਨਹੀਂ ਫੈਲੇਗੀ। ਸਾਡੇ ਬਾਰੇ ਦੇ ਵਿੱਚ ਤੇ ਅਲੀ ਅਕਬਰ ਸਾਹਿਬ ਨੇ ਮਸ਼ਹੂਰ ਕੀਤਾ ਕਿ ਉਹ ਆਪਣੇ ਮੂੰਹੋਂ ਕਹਿੰਦੇ ਨੇ ਗਾਲਾਂ ਕੱਢੋ ਸਾਨੂੰ। ਚੱਲਾ ਤਾਂ ਮਾਫ ਕਰੋ, ਅਸੀਂ ਨਹੀਂ ਕੱਢਦੇ ਕਿਸੇ ਨੂੰ ਗਾਲ, ਅਸੀਂ ਤੇ ਬਚਦੇ ਫਿਰਦੇ ਮੇਰਾ ਉਹਨਾਂ ਤੋਂ। ਮਤਲਬ ਅਸੀਂ ਤੇ ਕਹਿੰਦਾ ਕਿ ਕਹਿੰਦੇ ਮੇਰਾ ਆ ਵੀਰ ਕਿ ਜਿਹੜੀ ਇਹ ਬੁਰਾਈ ਸ਼ਾਦੀਅਤ ਕਰਦੇ ਨੇ ਨਾ, ਉਹ ਨਾ ਕਰਨ, ਸਾਨੂੰ ਗਾਲਾਂ ਕੱਢੀਆਂ ਸੁਬਾਹ ਸ਼ਾਮ, ਕੋਈ ਪਰਵਾਹ ਨਹੀਂ, ਸਾਨੂੰ ਕੱਢਦੇ ਰਹਿਣ। ਜਿੰਨਾ ਖਾਮੋਸ਼ੀ ਇਖਤਿਆਰ ਕਰ ਜਾਓਗੇ ਤੇ ਉਹਨਾਂ ਲੜਾਈ ਖਤਮ ਹੋ ਗਈ, ਆਟੋਮੈਟਿਕ ਖਤਮ ਹੋਏਗੀ। ਜਿੰਨਾ ਜ਼ਿਕਰ ਕਰੋਗੇ ਉਨੀ ਵੱਧਦੀ ਜਾਏਗੀ। ਤੇ ਇਹ ਤੁਸੀਂ ਆਪ ਹੀ ਖਤਮ ਕਰਨੀ ਹੈ। ਸਹੀ ਜਿੰਨਾ ਕਹਿ ਰਹੇ ਹੋ ਉਹ ਮੌਲਾ ਕਰਦੇ ਜੀ। ਤੇ ਆਪੇ ਖੁਦਾ ਤਆਲਾ ਚ ਪਕੜਨ ਵਾਲਾ, ਤਾਂ ਫਿਰ ਤੁਸੀਂ ਕਿਉਂ ਜ਼ਿਕਰ ਕਰਦੇ ਬਾਰ-ਬਾਰ? ਤੁਸੀਂ ਜਮਾਤ ਤੇ ਕੋਈ ਦੀਨ ਦੀ ਗੱਲਾਂ ਕਰਿਆ ਕਰੋ। ਇੰਨਾ ਹਜੇ ਮਸੀਹ ਮੌਲਾ ਸਲਮ ਨੇ ਕਿਤਾਬਾਂ ਛੋੜ ਕੇ ਗਏ ਤੇ ਤੁਸੀਂ ਉਹ ਪੜ੍ਹਿਆ ਕਰੋ। ਉਹਦਾ ਕੋਈ ਬਹਿਸ ਅਹਿਮਦੀ ਹੋ ਜਾਏ, ਗੈਰਾਂ ਦੇ ਸਾਰਿਆਂ ਨਾਲ ਪਿਆਰ ਮੁਹੱਬਤ ਨਾਲ ਬੋਲੋ, ਰਿਸਪੈਕਟ ਕਰੋ। ਤੇ ਜੇ ਤੁਸੀਂ ਸਾਰਾ ਦਿਨ ਤਬਲੀਗ ਕਰੋ ਤੇ ਰਾਤ ਨੂੰ ਗਾਲੀ ਕੱਢ ਮੀਰ ਸਾਹਿਬ ਉਧਰ ਲਾਈਵ ਲਾ ਕੇ ਬੈਠੇ ਨੇ, ਉਹ ਵੀ ਕੋਈ ਕਿਤਾਬ ਪੜ੍ਹ ਕੇ ਸੁਣਾ ਰਹੇ ਨੇ ਤੇ ਉਹਨਾਂ ਦੀ ਵੀ ਸੁਣ ਲਈਏ ਹੁਣ। ਸੈਫੀ ਭਾਈ ਲੜਾਈ ਮਾਫ ਕਰੋ, ਅੱਲਾ ਦਾ ਘਰ ਸਾਫ਼ ਕਰੋ। ਦੇ ਨਾਲ ਨਾ ਕੋਈ ਲੜਾਈ ਨਹੀਂ ਹੈਗੀ ਹੈ ਇਮਰਾਨ ਕਾਲੂ ਸਾਹਿਬ, ਅੱਲਾਹ ਦਾ ਵਾਸਤਾ ਹੈ, ਕਿਸੇ ਕਿਸਮ ਦੀ ਕਿਸੇ ਨਾਲ ਕੋਈ ਲੜਾਈ ਨਹੀਂ ਹੈਗੀ ਯਾਰ। ਚਲੋ ਮੀਰ ਉਧਰ ਸਾਹਿਬ ਮੀਰ ਕੋਲ ਹੀ ਸਾਹਿਬ ਦੇ ਸਾਰਾ ਦਿਨ ਲੱਗ ਬੈਠੇ ਜਾਣਗੇ ਰਹੇ ਨਾ, ਆ, ਫਿਰ ਦੁਬਾਰਾ ਪਰ ਲੱਗ ਯਾਰ ਦੇਖੋ ਨਾ ਤੁਸੀਂ ਕਿ ਇਹ ਬਹਰਹਾਲ ਸੈਫੀ ਸਾਡੀ ਭਾਈ ਕੋਈ ਥੋੜੀ ਲੜਾਈ ਦੇਰ ਨਹੀਂ ਤੱਕ ਕਿਸੇ ਦੇ ਲਾਈਵ ਨਾਲ। ਬੰਦ ਕਰੋ, ਫਿਰ ਕਰਨਾ ਹੀ ਆ। ਅਗਰ ਕੋਈ ਗੱਲ ਕਰਨੀ ਜ਼ੋਰ ਕਰ ਲਓ, ਨਹੀਂ ਮੀਰ ਨਹੀਂ ਸਾਹਿਬ ਠੀਕ ਹੈ, ਕੋਈ ਬੈਠੇ ਨਹੀਂ, ਨੇ। ਬਸ ਕੋਈ ਨਹੀਂ ਚੱਕਰ ਹੈਗਾ। ਉਹ ਤੁਸੀਂ ਤੁਸੀਂ ਇਹ ਦੱਸਾਂ ਜਿੱਦਾਂ ਗੱਲ ਕੀ ਕਹਿੰਦੇ ਹੋਈ ਨੇ ਸੀ ਕਾਲੂ ਸਾਹਿਬ, ਤੁਸੀਂ ਕਹਿੰਦੇ ਜੇ ਸਾਡੇ ਤੁਹਾਡੇ ਨਾਲ। ਨੇ ਬੰਦੇ ਯਾਰ ਆ। ਮੈਨੂੰ ਗੱਲ ਕਰ ਲੈਣ ਚ ਸਾਡੇ ਨਾਲ ਜਟ ਸਾਹਿਬ 1122 ਸਾਹਿਬ ਨੇ ਇਖਤਲਾਫ ਕੀਤਾ ਸੀਗਾ। ਉਹਨੇ ਕਿਹਾ ਸੀਗਾ ਕਿ ਤੁਸੀਂ ਕੋਈ ਉਹਦੀ ਕੋਈ ਬੇਟੀ ਨੂੰ ਕੁਛ ਕਿਹਾ ਹੈ ਨਾ। ਅਸੀਂ ਕਿਹਾ ਕਿ ਅਸੀਂ ਕੁਛ ਵੀ ਨਹੀਂ ਕਿਹਾ, ਕੋਈ ਸਬੂਤ ਹੈ, ਕੋਈ ਗੱਲ ਹੈ ਤੇ ਲੈ ਕੇ ਆਓ। ਉਹ ਫਿਰ ਇੱਥੇ ਆਏ ਨੇ, ਉਹਨਾਂ ਨੂੰ ਅਸੀਂ ਸਾਰੀ ਗੱਲ ਦੱਸੀ ਹੈ। ਬਾਕੀ ਮੈਂ ਤਾਂ ਖਾਮੋਸ਼ ਰਿਹਾ ਸਾਰੀ ਲਾਈਵ ਦੇ ਦੌਰਾਨ। ਜਿਹੜੇ ਭਰਾਵਾਂ ਦਾ ਇਖਤਲਾਫ ਕਰ ਰਹੇ ਸਨ, ਉਹਨਾਂ ਨੇ ਤਸਵੀਰਾਂ ਭੇਜੀਆਂ, ਨੇ ਕਿਹਾ ਤਸਵੀਰਾਂ ਲਾ ਕੇ ਵਿਖਾਓ ਕਿ ਇਹ ਕੰਮ ਠੀਕ ਹੈ ਜਾਂ ਗਲਤ ਹੈ। ਇੱਕ ਸਵਾਲ ਲਿਖ ਦਿੱਤਾ, ਕਿਆ ਇਹ ਕੁਰਾਨ, ਅੱਗੇ ਨਾਮ ਲਿਖਿਆ ਸੀ ਉਹ ਵੀ ਹਟਾਤਾ, ਲਿਖ ਦਿੱਤਾ ਕਿਆ ਇਹ ਕੁਰਾਨ ਕੀ ਬੇਹੁਰਮਤੀ ਹੈ ਜਾਂ ਨਹੀਂ। ਇਹਦੇ ਚ ਕਿਹੜੀ ਬੁਰੀ ਗੱਲ ਹੈ ਦੱਸੋ ਯਾਰ। ਨਹੀਂ ਆਇਤ ਲਾ ਕੇ ਉਹਨਾਂ ਸਾਹਮਣੇ ਲਾਈ, ਇਹਦੇ ਚ ਕੁਰਾਨ ਦੀ ਕੀ ਬੇਅਦਬੀ? ਪੱਲੇ ਬਾਂਦਰ ਦੇ ਕੁੱਤੇ ਬਣਾਏ ਹੋਏ ਨੇ ਯਾਰ, ਬਾਂਦਰ ਕੁੱਤੇ ਕੁਰਾਨ ਦੇ ਵਿੱਚ ਲਿਖਿਆ ਤੇ ਬਣ ਨਹੀਂ ਲਿਖੇ ਸਕਦੇ। ਹੋਏ ਨੇ, ਉਹ ਤਸਵੀਰਾਂ ਥੋੜੀ ਬਣੀਆਂ ਹੋਈਆਂ ਨੇ। ਤੇ ਲਿਖੇ ਹੋਏ ਦੀ ਤਸਵੀਰ ਬਣ ਜਾਏਗੀ ਤੇ ਕੀ ਹੋਏਗਾ? ਚਲੋ ਤੁਸੀਂ ਇਹਦੇ ਵਿੱਚ ਇਨਵੋਲਵ ਨਾ ਹੋਵੋ ਕਾਲੂ ਸਾਹਿਬ, ਓਕੇ ਮਸਲਾ ਯਾਰ, ਇਹ ਹੈ ਠੀਕ ਹੈ ਕਿ ਯਾਰ, ਪੁਰਾਣੇ ਤੁਸੀਂ ਮਾਨੀ ਸਾਹਿਬ ਯਾਦ ਹੁੰਦੀਆਂ ਨੇ ਜਾਂ ਤੁਸੀਂ ਤਰਜਮਾ ਹੁੰਦਾ ਹੈ, ਤਸਵੀਰੀ ਸ਼ਕਲ 'ਚ ਕੁਝ ਨਹੀਂ ਲਾਇਆ ਜਾਂਦਾ, ਤੇ ਇਹ ਗੈਰ ਮੁਨਾਸਬ ਗੱਲ ਹੈ। ਨਹੀਂ ਠੀਕ ਹੈ, ਰਾਣਾ ਸਾਹਿਬ ਹਾਂ ਠੀਕ ਤਸਵੀਰ ਹੈ, ਲਾਉਣ ਤੁਸੀਂ ਦੇ ਛੱਡਦੇ ਵਿੱਚ ਹੋ, ਅਸੀਂ ਗੈਰ ਆਪਣੇ ਮੁਨਾਸਿਬ ਇਹ ਤੇ ਉਹ ਵੱਖਰੀ ਰਾਏ ਨਾ, ਜੋ ਵੀ ਕਰਨਾ ਵੱਖਰੀ ਹੈ। ਉਹ ਤੋਂ ਆਪਣਾ ਨਾਮ ਹੀ ਲਿਖਿਆ, ਨਾਮ ਵੀ ਮੁਹੰਮਦ ਅਹਿਮਦ ਰੱਖਿਆ। ਯਾਰ ਇਹ ਬੁਰੀ ਗੱਲ ਹੈ ਨਾ, ਮੁਹੰਮਦ ਅਹਿਮਦ ਨਾਂ ਲਿਖ ਕੇ ਤੇ ਉੱਤੇ ਲਾ ਦੇਣਾ, ਉੱਤੇ ਨਾਲ ਆਪਣਾ ਨਾਮ ਲਿਖ ਦਿੰਦਾ। ਸਾਰੀ ਯਾਰ ਬੰਦ ਚਾਬੀ ਚੱਲੀਏ, ਬੰਦ ਹੀ ਕਰ ਦਿੰਨੇ ਆ ਯਾਰ। ਕਾਲੂ ਸਾਹਿਬ ਦਾ ਕਾਲੂ ਰੋਜ਼ ਸਾਹਿਬ ਚੇਂਜ ਹੋਇਆ ਹੁੰਦਾ ਹੈ। ਆਰਡਰ ਉਹਨਾਂ ਦਾ ਆ ਗਿਆ, ਬੰਦ ਕਰ ਦਿਓ। ਬੰਦ ਕਰ ਦੇ ਠੀਕ ਭਰਾ, ਆ ਬੰਦ ਜੀ। ਕਰ ਦੇ ਕੈਮ नुकसान हो जाता है। कहता है आप जब भी कोई काम किया करो तो उसमें तदब्बर भी किया करो। हाँ जी। अफला या तदब्बरून अल कुरान। अब वो कहता है कि कुरान के जरिए से तुमने इसको हासिल करना है। एक कुरान तो वो है जो आपके हाथों में है, ये तो आपका है ही नहीं है। इसका आपके साथ क्या तल्लुक है? कोई तल्लुक नहीं है देखा जाए तो। वो अरबी जुबान है, आपको अरबी जुबान की उस सिस्टम का पता ही नहीं है, वो सिस्टम क्या है। तो क्या जिसके पास अरबी जुबान नहीं है तो वो उसको कुरान नहीं मिलता? तो इसका मतलब हमें पता चलेगा कुरान कुछ किसी और चीज का नाम है। जी ये किताब है। हेलो। तो कुरान क्या हुआ? कोरिया। वो कह रहा है कि फायजा
कोरिया करातुल कुरान, कहता है वाइजा कोरिया अलैहिमुल कुरान ला यसजुदून, यहाँ कहते हैं جی फायजा कुराना फत्तबेउ कुराना, फायजा कुराना फत्तबेउ कुराना, यानी कि तुम्हारे दिल में जो चीज पैदा होती है ना, جی इसका किसी सोच के साथ ताल्लुक नहीं है। यानी कि आपको कहते हैं ना सिक्स सेंस आगे एकदम से कोई नई चीज पता चल जाती है, ہاں جی ہاں جی वो कहता है ये कुरान है, इसको कहता है वो नजूल नाजल करता हूँ मैं। किसको नाजल करता हूँ? अब यहाँ पर वो कंडीशन लगा देता है। कंडीशन ये है कि तुम्हें पाकीज़गी इख्तियार करनी पड़ेगी कि अब जो चीज़ तुमने खानी है, जो दाबारा करना था ना, जो चीज़ खाना है उसे पाकीज़ा खाना है, हलाल खाना है, तैयब खाना है। یہ عمل بھی خوراک ہی ہے हाँ, आपकी ज़ाहिरी अमल जो है, जो आपकी ज़ाहिरी खुराक है, वो आपके जिस्म के ऊपर असर अंदाज होती है। अगर आप रिज़्क़ हलाल कमाते हैं तो جی उसका एक असर है ना जिस्म के ऊपर, بے شک ایسا तो ہے एक हराम कमाते हैं तो भी उसका भी एक जिस्म पे असर है। तो वो कहता है ये जो तुम्हारा दाबरा है ना, ये جی मुख्तलिफ तरीकों से है, एक ज़ाहिरी खुराक है और एक बातिनी खुराक है। ज़ाहिरी खुराक तो आपने देखी थी कि गलत खाओगे या छोड़ दोगे खाना तो मार जाओगे। तो अगर ज़ाहिरी खुराक खाओगे, अच्छी खाओगे, तो तुम्हारा जिस्म जो है वो ज़्यादा अच्छा हो जाएगा। गंदी खाओगे तो क्या होगा, बजाय फ़ायदे के उल्टा नुकसान हो जाएगा। जो तुम्हारे पास होगा वो भी खर्च हो जाएगा और इलेक्ट्रोलाइट्स लेने पड़ेंगे, डॉक्टर के पास जाना पड़ेगा। तो कहता है उस खुराक का जो जिक्र है ना, उस खुराक का भी इस्तेमाल सही करना है। या कुलान में ताम कहा है ना अल्लाह ताला ने कुरान पाक में। جی 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 بالکل तो بالکل अब कहता है वो ये वाला खाना जो है ना, दो तरह का खाना है, एक मादी है, एक रूहानी है। तो रूहानी खाने का असर रूह पर पड़ेगा और मादी खाने का असर जिस्म पर جسم पड़ेगा। جی तो अब हमें कितनी क्लैरिटी